ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਤੇ ਅੱਜ ਇਸ ਵੀਡੀਓ ਰਿਪੋਰਟ ਵਿੱਚ ਮੈਂ ਗੱਲ ਕਰਾਂਗਾ ਬੀਤੇ ਦਿਨੀ ਪੰਜਾਬ ਪੁਲਿਸ ਦੇ ਹੋਏ ਤਬਾਦਲਿਆਂ ਦੀ। ਜੀ ਹਾਂ, ਪੰਜਾਬ ਪੁਲਿਸ ਦੇ 50% ਜ਼ਿਲ੍ਹਿਆਂ ਤੇ ਕਮਿਸ਼ਨਰੇਟ ਦੇ ਪੁਲਿਸ ਕਮਿਸ਼ਨਰ ਅਤੇ ਮੁਖੀਆਂ ਯਾਨੀ ਕਿ ਐਸਐਸਪੀਜ਼ ਦੇ ਤਬਾਦਲੇ ਕਰਤੇ ਗਏ ਹੈ। ਇੱਕ ਵੱਡਾ ਪੁਲਿਸ ਪ੍ਰਸ਼ਾਸਨਿਕ ਐਡਮਿਨਿਸਟ੍ਰੇਟਿਵ ਗਰਾਊਂਡ ਉੱਤੇ ਕੀਤਾ ਗਿਆ ਫੇਰ ਬਦਲ ਇਸ ਨੂੰ ਕਿਹਾ ਜਾਂਦਾ ਹੈ। ਰੂਟੀਨ ਦੀਆਂ ਟ੍ਰਾਂਸਫਰਾਂ ਨੇ ਕੋਈ ਵੱਡੇ ਵਿਵਾਦ ਇਹਨਾਂ ਦੇ ਪਿੱਛੇ ਨਹੀਂ ਜੁੜੇ ਹੁੰਦੇ, ਲੇਕਿਨ ਅੱਜ ਆਪਾਂ ਇਸ ਰਿਪੋਰਟ ਵਿੱਚ ਐਨਾਲਾਈਜ਼ ਕਰਨਾ ਹੈ ਕਿ ਇਹ ਤਬਾਦਲੇ ਕਿਉਂ ਹੋ ਰਹੇ ਨੇ। ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਰੂਟੀਨ ਟ੍ਰਾਂਸਫਰਾਂ ਉੱਤੇ ਗੱਲਬਾਤ ਕਿਉਂ ਕਰਨੀ ਜ਼ਰੂਰੀ ਹੈ। ਜ਼ਰੂਰੀ ਇਸ ਵਾਸਤੇ ਹੈ ਕਿ ਜੇ ਆਪਾਂ ਇਹਨਾਂ ਪੁਲਿਸ ਕਮਿਸ਼ਨਰੇਟਸ ਨੂੰ ਵੇਖਾਂਗੇ, ਇਹਨਾਂ ਵਿੱਚੋਂ ਕਈ ਕ੍ਰਿਟੀਕਲ ਜ਼ਿਲ੍ਹਿਆਂ ਦੇ ਉੱਤੇ ਝਾਤ ਮਾਰਾਂਗੇ, ਸਮਝ ਵਿੱਚ ਇਹ ਆਏਗਾ ਕਿ ਬੀਤੇ ਪੌਣੇ 2 ਸਾਲਾਂ ਦੀ ਆਪਣੀ ਸਰਕਾਰ ਜਾਂ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ 4-4 ਵਾਰ ਇਹਨਾਂ ਜ਼ਿਲ੍ਹਿਆਂ ਤੇ ਵੱਡੇ ਸ਼ਹਿਰਾਂ, ਕਈ ਕੇਸਿਸ ਦੇ ਵਿੱਚ 5-5 ਵਾਰ ਵੀ ਪੁਲਿਸ ਮੁਖੀਆਂ ਨੂੰ ਬਦਲਤਾ ਹੈ। ਸੋ ਐਵਰੇਜ ਜਿਹੜਾ ਸਪੈਨ ਹੈ ਇੱਕ ਪੁਲਿਸ ਮੁਖੀ ਦੇ ਕੰਮ ਕਰਨ ਦਾ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਜਾਂ ਇੱਕ ਪੁਲਿਸ ਕਮਿਸ਼ਨਰੇਟ ਦੇ ਵਿੱਚ, ਘੱਟੋ ਘੱਟ ਆਪਾਂ ਇਹਨਾਂ 10 ਜ਼ਿਲ੍ਹਿਆਂ ਤੇ ਪੁਲਿਸ ਕਮਿਸ਼ਨਰੇਟ ਦੀ ਜਦੋਂ ਗੱਲ ਕਰਾਂਗੇ ਸਮਝਾਂਗੇ, ਇਹ ਸਮਝ ਵਿੱਚ ਆਏਗਾ ਕਿ 5 ਤੋਂ 6 ਮਹੀਨੇ ਤੋਂ ਵੱਧ ਕੋਈ ਵੀ ਪੁਲਿਸ ਕਮਿਸ਼ਨਰ ਜਾਂ ਪੁਲਿਸ ਐਸਐਸਪੀ ਇੱਕ ਜ਼ਿਲ੍ਹੇ ਦੇ ਵਿੱਚ ਕੰਮ ਨਹੀਂ ਕਰ ਪਾ ਰਿਹਾ। ਕੀ ਪੁਲਿਸਿੰਗ ਲਈ ਇਹ ਸਹੀ ਹੈ? ਬਿਲਕੁਲ ਨਹੀਂ। ਸੋ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਤਬਾਦਲੇ ਹੋਏ ਨੇ ਉਹ ਕਿੱਡੇ ਤਰਕ ਸੰਗਤ ਨੇ ਤੇ ਕਿਹੜੇ ਵੱਡੇ ਸਵਾਲ ਇਹਨਾਂ ਤਬਾਦਲਿਆਂ ਤੋਂ ਉੱਭਰਦੇ ਨੇ। ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰਸ ਨੂੰ ਬਦਲਤਾ ਗਿਆ ਹੈ। ਇਸ ਤੋਂ ਇਲਾਵਾ ਮੋਗਾ, ਬਠਿੰਡਾ, ਮੁੱਖ ਮੰਤਰੀ ਦਾ ਗ੍ਰਹਿ ਜ਼ਿਲ੍ਹਾ ਸੰਗਰੂਰ, ਉਸ ਤੋਂ ਇਲਾਵਾ ਹੁਸ਼ਿਆਰਪੁਰ, ਪਠਾਨਕੋਟ, ਰੋਪੜ ਅਤੇ ਮਲੇਰਕੋਟਲਾ, ਇਹ 7 ਅਜਿਹੇ ਜ਼ਿਲ੍ਹੇ ਹੈਗੇ ਨੇ ਜਿਨ੍ਹਾਂ ਦੇ ਪੁਲਿਸ ਮੁਖੀਆਂ ਯਾਨੀ ਐਸਐਸਪੀਜ਼ ਨੂੰ ਬਦਲਿਆ ਗਿਆ ਹੈ। ਹੁਣ ਆਪਾਂ ਇੱਥੇ ਇੱਕ ਇੱਕ ਕਰਕੇ ਐਨਾਲਾਈਜ਼ ਕਰਾਂਗੇ। ਹਾਲਾਂਕਿ ਸਾਰੇ ਜ਼ਿਲ੍ਹਿਆਂ ਤੇ ਸਾਰੇ ਕਮਿਸ਼ਨਰੇਟਸ ਉੱਤੇ ਆਪਾਂ ਨਹੀਂ ਜਾਵਾਂਗੇ, ਲੇਕਿਨ ਜ਼ਿਆਦਾਤਰ ਇਹ ਉਹ ਸਟੇਸ਼ਨਸ ਹੈਗੇ ਨੇ, ਉਹ ਪੁਲਿਸ ਡਿਸਟ੍ਰਿਕਟ ਜਾਂ ਡਿਸਟ੍ਰਿਕਟ ਹੈਗੇ ਨੇ ਜਿੱਥੇ ਕਿ ਪਿਛਲੇ ਕਈ ਮਹੀਨਿਆਂ ਦੌਰਾਨ ਬੈਕ ਟੂ ਬੈਕ ਤਬਾਦਲੇ ਹੋਏ ਨੇ। ਜੇ ਗੱਲਬਾਤ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੀ ਕਰ ਲਈ ਜਾਏ ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਵਿਵਸਥਾ ਦਾ ਲਗਾਤਾਰ ਹੋ ਰਿਹਾ ਨਿਗਾਰ ਇੱਕ ਸਹੀ ਕਾਰਨ ਹੈ ਕਿ ਇੱਥੋਂ ਦੇ ਕਮਿਸ਼ਨਰ ਜੋ ਕਿ ਪਬਲਿਕ ਲਈ, ਆਮ ਲੋਕਾਂ ਲਈ ਵੀ ਇਨਐਕਸੈਸਿਬਲ ਸਨ। ਆਮ ਲੋਕਾਂ ਦਾ ਕਮਿਸ਼ਨਰ ਨੂੰ ਮਿਲਣਾ ਵੀ ਇੱਥੇ ਔਖਾ ਹੋ ਚੁੱਕਾ ਸੀ। ਸ਼ਹਿਰ ਦੇ ਵਿੱਚ ਅਪਰਾਧਿਕ ਵਾਰਦਾਤਾਂ, ਕੁਝ ਹੇਠਲੇ ਪੱਧਰ ਦੇ ਪੁਲਿਸ ਅਧਿਕਾਰੀਆਂ ਦੀ ਦੜੇ ਸੱਟੇ, ਜੂਏ ਦਾ ਕੰਮ ਕਰਨ ਵਾਲੇ ਅਜਿਹੇ ਲੋਕਾਂ ਦੇ ਨਾਲ ਰਲਗੜ ਉਹਨਾਂ ਦੀ ਪਾਰਟੀਆਂ ਦੇ ਵਿੱਚ ਆਉਣ ਜਾਣ ਦਾ ਸਿਲਸਿਲਾ ਬੀਤੇ ਕਈ ਦਿਨਾਂ ਦੌਰਾਨ ਹੋਈਆਂ ਘਟਨਾਵਾਂ, ਚਾਹੇ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜੰਡਿਆਲਾ ਗੁਰੂ ਦੇ ਵਿੱਚ ਇੱਕ ਪੁਲਿਸ ਅਫਸਰ ਨੂੰ ਮਾਰਤਾ ਜਾਂਦਾ ਹੈ। ਕੁਝ ਹਫ਼ਤੇ ਪਹਿਲਾਂ ਇੱਥੇ ਇੱਕ ਡਬਲ ਮਰਡਰ ਹੁੰਦਾ ਹੈ। ਅੰਮ੍ਰਿਤਸਰ ਦੇ ਵਿੱਚ ਵੀ ਲਗਾਤਾਰ ਗੋਲੀਆਂ ਚੱਲਣ ਦੀਆਂ, ਇਸ ਤਰੀਕੇ ਦੀਆਂ ਅਪਰਾਧਿਕ ਵਾਰਦਾਤਾਂ ਦਾ ਸਿਲਸਿਲਾ ਥੰਮ ਨਹੀਂ ਰਿਹਾ ਹੈ। ਲੇਕਿਨ ਜਿਹੜਾ ਵੱਡਾ ਸਵਾਲ ਹੈ ਉਹ ਇਹ ਨਹੀਂ ਹੈ ਕਿ ਜੇ ਲਾਅ ਐਂਡ ਆਰਡਰ ਦੀ ਵਿਵਸਥਾ ਸਹੀ ਨਹੀਂ ਹੈ ਉੱਥੋਂ ਦਾ ਕਮਿਸ਼ਨਰ ਬਦਲਣਾ ਜ਼ਰੂਰੀ ਸੀ ਜਾਂ ਜ਼ਰੂਰੀ ਨਹੀਂ ਸੀ, ਕਿਉਂਕਿ ਇਹ ਕਾਰਨ ਤਾਂ ਨਹੀਂ ਦਿੱਤੇ ਗਏ। ਨੌਨਿਹਾਲ ਸਿੰਘ ਜੋ ਕਿ ਆਊਟਗੋਇੰਗ ਕਮਿਸ਼ਨਰ ਹੈਗੇ ਨੇ, ਉਹਨਾਂ ਨੂੰ ਕਿਸੇ ਹੋਰ ਪੋਜੀਸ਼ਨ ਤੇ ਲਾਤਾ ਜਾਏਗਾ। ਲੇਕਿਨ ਮਸਲਾ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ ਬੀਤੇ ਪੌਣੇ 2 ਸਾਲਾਂ ਦੀ ਕਾਰਗੁਜ਼ਾਰੀ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ 3 ਕਮਿਸ਼ਨਰ ਆਫ ਪੁਲਿਸ ਬਦਲਤੇ ਨੇ ਤੇ ਚੌਥੇ ਕਮਿਸ਼ਨਰ ਆਫ ਪੁਲਿਸ ਹੋਣਗੇ ਗੁਰਪ੍ਰੀਤ ਭੁੱਲਰ। ਸਭ ਤੋਂ ਪਹਿਲਾਂ ਅਰੁਣਪਾਲ ਸਿੰਘ ਨੂੰ ਇੱਥੇ ਕਮਿਸ਼ਨਰ ਆਫ ਪੁਲਿਸ ਲਾਇਆ ਗਿਆ। ਉਸ ਤੋਂ ਬਾਅਦ ਜਸਕਰਨ ਸਿੰਘ ਇੱਥੋਂ ਦੇ ਕਮਿਸ਼ਨਰ ਆਫ ਪੁਲਿਸ ਲੱਗੇ। ਜਸਕਰਨ ਸਿੰਘ ਤੋਂ ਬਾਅਦ ਨੌਨਿਹਾਲ ਸਿੰਘ ਤੇ ਨੌਨਿਹਾਲ ਸਿੰਘ ਤੋਂ ਬਾਅਦ ਹੁਣ ਚੌਥੇ ਪੁਲਿਸ ਕਮਿਸ਼ਨਰ ਦੇ ਰੂਪ ਵਿੱਚ ਗੁਰਪ੍ਰੀਤ ਭੁੱਲਰ ਇੱਥੇ ਕਾਰਜਭਾਰ ਸਾਂਭਣਗੇ। ਸੋ ਅੰਮ੍ਰਿਤਸਰ ਵਰਗਾ ਵੱਡਾ ਸ਼ਹਿਰ, ਗੁਰੂ ਨਗਰੀ, ਟੂਰਿਜ਼ਮ ਦਾ ਹੱਬ, ਇੰਟਰਨੈਸ਼ਨਲ ਬਾਰਡਰ, ਉਸ ਸ਼ਹਿਰ ਦੀ ਐਡੀ ਖਰਾਬ ਵਿਵਸਥਾ ਤੇ ਪਿਛਲੇ ਪੌਣੇ 2 ਸਾਲਾਂ ਦੌਰਾਨ ਬਦਲਿਆ ਜਾਣ ਵਾਲਾ ਚੌਥਾ ਪੁਲਿਸ ਕਮਿਸ਼ਨਰ ਕੀ ਲਾਅ ਐਂਡ ਆਰਡਰ ਦੀ ਵਿਵਸਥਾ ਨੂੰ ਸੁਧਾਰ ਪਾਏਗਾ? ਇੱਕ ਬਹੁਤ ਵੱਡਾ ਸਵਾਲ ਹੈ। ਆਪਾਂ ਆਪਣੇ ਰਿਪੋਰਟਾਂ ਦੇ ਵਿੱਚ ਪੁਲਿਸਿੰਗ ਦੀ ਲੀਡਰਸ਼ਿਪ ਦੀ ਸੰਕਟ ਦੀ ਗੱਲ ਤਾਂ ਕੀਤੀ ਹੈ, ਲੇਕਿਨ ਜ਼ਿਲ੍ਹਿਆਂ ਦੇ ਪੱਧਰ ਉੱਤੇ ਪੁਲਿਸ ਦੀ ਲੀਡਰਸ਼ਿਪ ਦਾ ਜਿਹੜਾ ਕ੍ਰਾਈਸਿਸ ਹੈ, ਕਿਉਂਕਿ ਇਹਨਾਂ ਤਬਾਦਲਿਆਂ ਦੇ ਵਿੱਚ ਜੇ ਆਪਾਂ ਥੋੜੀ ਜਿਹੀ ਗਹਿਰਾਈ, ਕਿਉਂਕਿ ਹੋਰ ਕੋਈ ਚੈਨਲ ਰਿਪੋਰਟ ਨਹੀਂ ਬਣਾਉਣਗੇ, ਉਹਨਾਂ ਨੇ ਖਬਰਾਂ ਦਿੱਤੀਆਂ, ਬ੍ਰੇਕਿੰਗ ਖਬਰਾਂ ਚਲਾ ਕੇ ਉਹਨਾਂ ਦਾ ਕੰਮ ਖਤਮ ਹੋਇਆ। ਉਹਨਾਂ ਨੇ ਤੁਹਾਨੂੰ ਦੱਸਤਾ ਕਿ ਪੁਲਿਸ ਦੇ ਕਿਹੜੇ ਜ਼ਿਲ੍ਹਿਆਂ ਦੇ ਮੁਖੀ ਬਦਲੇ ਗਏ, ਸਭ ਤੋਂ ਪਹਿਲਾਂ ਕਿਸਨੇ ਦਿਖਾਇਆ, ਕਿਸਨੇ ਦਰਸਾਇਆ, ਲੇਕਿਨ ਕਿਸੇ ਨੇ ਜਾਣਨ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ ਕਿ ਇਹਨਾਂ ਅਫਸਰਾਂ ਨੂੰ ਬਦਲੇ ਜਾਣ ਦੀ ਲੋੜ ਕਿਉਂ ਪਈ ਤੇ ਐਡੇ ਘੱਟ ਅਰਸੇ ਜਾਂ ਐਡੇ ਘੱਟ ਅੰਤਰਾਲ ਤੋਂ ਬਾਅਦ ਜੇ ਤੁਸੀਂ ਪੁਲਿਸ ਮੁਖੀਆਂ ਨੂੰ ਬਦਲਦੇ ਹੋ ਜ਼ਿਲ੍ਹਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਤਾਂ ਪੁਲਿਸ ਦੇ ਮਨੋਬਲ, ਪੁਲਿਸ ਦੇ ਮੋਰਾਲ ਉੱਤੇ ਕੀ ਅਸਰ ਪੈਂਦਾ ਹੈ? ਉਹਨਾਂ ਅਫਸਰਾਂ ਦਾ ਕੀ ਕੌਨਫੀਡੈਂਸ ਹੈ? ਇੱਕ ਬੜਾ ਸਿੰਪਲ ਜੀ ਗੱਲ ਹੈ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਦਿੱਤਾ ਜਾਏ ਕਿ 6 ਮਹੀਨੇ ਬਾਅਦ ਪੰਜਾਬ ਦਾ ਮੁੱਖ ਮੰਤਰੀ ਬਦਲਤਾ ਜਾਏਗਾ ਜਾਂ 1 ਸਾਲ ਬਾਅਦ ਪੰਜਾਬ ਦਾ ਮੁੱਖ ਮੰਤਰੀ ਬਦਲਤਾ ਜਾਏਗਾ, ਤਾਂ ਕੀ ਉਹ ਕੰਮ ਕਰ ਪਾਣਗੇ? ਕਿ ਉਹਨਾਂ ਦੇ ਜਿਹੜੇ ਸਾਥੀ, ਸਬਆਰਡੀਨੇਟ ਉਹਨਾਂ ਦੇ ਨਾਲ ਕੰਮ ਕਰਦੇ ਨੇ, ਉਹਨਾਂ ਦਾ ਕੌਨਫੀਡੈਂਸ ਮੁੱਖ ਮੰਤਰੀ ਜਾਂ ਕਿਸੇ ਵੀ ਲੀਡਰ ਦੇ ਵਿੱਚ ਹੋ ਸਕਦਾ ਹੈ ਜਦੋਂ ਕਿ ਪਤਾ ਹੀ ਹੋਵੇ? ਤੇ ਅੰਮ੍ਰਿਤਸਰ ਦਾ ਇੱਕ ਦੁਖਾਂਤ ਦੇ ਰਿਹਾ ਕਿ ਬੀਤੇ ਇਕੱਲੀ ਆਮ ਆਦਮੀ ਪਾਰਟੀ ਦੇ ਸਮੇਂ ਦੀ ਗੱਲ ਨਹੀਂ ਹੈ, ਬਲਕਿ ਅੰਮ੍ਰਿਤਸਰ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜਿਹੜੇ ਪੁਲਿਸ ਕਮਿਸ਼ਨਰ ਨੇ 6-6, 8-8 ਮਹੀਨੇ ਤੋਂ ਵੱਧ ਸਮਾਂ ਨਹੀਂ ਕੱਟ ਰਹੇ। ਸੋ ਇਹ ਤਾਂ ਇੱਕ ਬਹੁਤ ਵੱਡਾ ਸੰਕਟ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਪਾਰਟੀ ਵਿਦ ਡਿਫਰੈਂਸ ਅਖਵਾਉਂਦੀ ਹੈ, ਇਹਨਾਂ ਤੋਂ ਪ੍ਰਸ਼ਾਸਨਿਕ ਪੱਧਰ ਉੱਤੇ ਵੀ ਕਈ ਅਜਿਹੇ ਰੈਵੋਲੂਸ਼ਨਰੀ ਪ੍ਰੈਕਟਿਸਿਸ ਨੂੰ ਆਪਣੀ ਕੰਮਕਾਜ ਦੀ ਸ਼ੈਲੀ ਦੇ ਵਿੱਚ ਅਪਣਾਉਣ ਦੀਆਂ ਆਸਾਂ ਉਮੀਦਾਂ ਕੀਤੀਆਂ ਜਾ ਸਕਦੀਆਂ ਸਨ।
ਉਹੀ ਮਾੜੀਆਂ ਰਵਾਇਤਾਂ ਪੁਲਿਸ ਅਫਸਰਾਂ ਦੇ ਤਬਾਦਲਿਆਂ ਨੂੰ ਕੁਝ ਮਹੀਨਿਆਂ ਬਾਅਦ ਕੀਤੇ ਜਾਣ ਦੀ ਜਿਹੜੀ ਗਲਤ ਪ੍ਰੈਕਟਿਸਿਸ ਹੈਗੀਆਂ, ਜੇ ਉਸੇ ਸਿਲਸਿਲੇ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ, ਭਗਵੰਤ ਮਾਨ ਦੀ ਸਰਕਾਰ ਅੱਗੇ ਤੋਰਦੀ ਹੈ ਤਾਂ ਫਿਰ ਇਹਨਾਂ ਸਰਕਾਰਾਂ ਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਫਰਕ ਕੀ ਹੈ ਤੇ ਕਿਉਂ ਹੈ? ਅੰਮ੍ਰਿਤਸਰ ਦੀ ਕ੍ਰਿਟੀਕਲ ਸਥਿਤੀ, ਲਾਅ ਐਂਡ ਆਰਡਰ ਕੋਈ ਅਕੇਲੀ ਸਥਿਤੀ ਨਹੀਂ ਹੈ। ਹੁਣ ਜੇ ਆਪਾਂ ਗੱਲ ਲੁਧਿਆਣਾ ਦੀ ਕਰੀਏ ਤਾਂ ਲੁਧਿਆਣੇ ਦੇ ਵਿੱਚ ਵੀ 4 ਕਮਿਸ਼ਨਰ ਆਫ ਪੁਲਿਸ ਬਦਲੇ ਜਾ ਚੁੱਕੇ ਨੇ। ਨਵੇਂ ਕਮਿਸ਼ਨਰ ਆਫ ਪੁਲਿਸ ਹੈਗੇ ਨੇ ਜਲੰਧਰ ਦੇ ਕਮਿਸ਼ਨਰ ਆਫ ਪੁਲਿਸ ਕੁਲਦੀਪ ਸਿੰਘ ਚਾਹਲ, ਜਿਨ੍ਹਾਂ ਨੂੰ ਹੁਣ ਲੁਧਿਆਣੇ ਦਾ ਕਮਿਸ਼ਨਰ ਲਾਇਆ ਗਿਆ ਹੈ। ਕੁਝ ਮਹੀਨੇ ਪਹਿਲਾਂ ਤੱਕ ਨੌਨਿਹਾਲ ਸਿੰਘ ਇੱਥੋਂ ਦੇ ਪੁਲਿਸ ਕਮਿਸ਼ਨਰ ਸਨ। ਸੋ ਪੁਲਿਸ ਕਮਿਸ਼ਨਰਾਂ ਦੇ ਉਹੀ ਗਿਣਤੀ ਦੇ 3-4 ਅਫਸਰ ਹੈਗੇ ਨੇ ਜੋ ਕਿ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ, ਜਾਂ ਕਹਿ ਲਈ ਇੱਕ ਸ਼ਹਿਰ ਤੋਂ ਦੂਸਰੇ ਜ਼ਿਲ੍ਹੇ, ਇੱਕ ਕਮਿਸ਼ਨਰੇਟ ਤੋਂ ਦੂਸਰੇ ਕਮਿਸ਼ਨਰੇਟ ਦੇ ਵਿੱਚ ਤਬਦੀਲ ਕੀਤੇ ਜਾ ਰਹੇ ਹੈਗੇ ਨੇ। ਹੁਣ ਕੁਲਦੀਪ ਸਿੰਘ ਚਾਹਲ ਨੂੰ ਲੁਧਿਆਣੇ ਦਾ ਕਮਿਸ਼ਨਰ ਲਾਇਆ ਗਿਆ ਹੈ ਤੇ ਆਊਟਗੋਇੰਗ ਕਮਿਸ਼ਨਰ ਹੈਗੇ ਨੇ ਮਨਦੀਪ ਸਿੰਘ ਸਿੱਧੂ, ਜਿਨ੍ਹਾਂ ਨੇ ਪਿਛਲੇ ਦਿਨਾਂ ਇੱਕ ਬਹੁਤ ਵੱਡੀ, ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਦਾ ਆਯੋਜਨ ਸਰਦਾਰ ਕਰਤਾਰ ਸਿੰਘ ਸਰਾਭਾ ਹੋਣਾ ਦੇ ਸ਼ਹੀਦੀ ਦਿਹਾੜੇ ਮੌਕੇ ਕੀਤਾ। ਉਸ ਸਮਾਗਮ ਦੀ ਆਪਾਂ ਨੁਕਤਾਚੀਨੀ ਵੀ ਕੀਤੀ, ਪਬਲਿਕ ਦੇ ਵਿੱਚ ਕ੍ਰਿਟਿਸਿਜ਼ਮ ਵੀ ਹੋਇਆ। ਹਾਲਾਂਕਿ ਆਪਣੇ ਪੱਧਰ ਉੱਤੇ ਬਹੁਤ ਹੀ ਇੰਪ੍ਰੈਸਿਵ ਸਮਾਗਮ ਸੀ, ਲੇਕਿਨ ਮਨਦੀਪ ਸਿੰਘ ਸਿੱਧੂ ਤੀਸਰੇ ਅਜਿਹੇ ਆਊਟਗੋਇੰਗ ਕਮਿਸ਼ਨਰ ਆਫ ਪੁਲਿਸ ਸਨ। ਮਨਦੀਪ ਸਿੰਘ ਸਿੱਧੂ ਤੋਂ ਪਹਿਲਾਂ ਕੌਸਤਬ ਸ਼ਰਮਾ ਸਨ ਤੇ ਉਸ ਤੋਂ ਪਹਿਲਾਂ ਰਾਕੇਸ਼ ਅਗਰਵਾਲ। ਲੁਧਿਆਣਾ ਦਾ ਉਹ ਪੁਲਿਸ ਕਮਿਸ਼ਨਰੇਟ ਜਿੱਥੇ ਬੀਤੇ ਪੌਣੇ 2 ਸਾਲਾਂ ਦੇ ਅਰਸੇ ਦੌਰਾਨ ਚੌਥਾ ਪੁਲਿਸ ਕਮਿਸ਼ਨਰ ਤਬਦੀਲ ਕਰਤਾ ਗਿਆ ਹੋਵੇ। ਐਵਰੇਜ ਸਪੈਨ ਟੈਨਿਓਰ ਕਿਸੇ ਵੀ ਪੁਲਿਸ ਕਮਿਸ਼ਨਰ ਦਾ ਉਹ 5 ਜਾਂ 6 ਮਹੀਨੇ ਤੋਂ ਵੱਧ ਦਾ ਨਾ ਹੋਵੇ, ਉਸ ਸ਼ਹਿਰ ਦੇ ਵਿੱਚ ਪੁਲਿਸ ਦੇ ਮਨੋਬਲ ਦੇ ਬਾਰੇ ਕੀ ਕਿਹਾ ਜਾ ਸਕਦਾ ਹੈ? ਹਾਲਾਂਕਿ ਲੁਧਿਆਣਾ ਅਜਿਹਾ ਸ਼ਹਿਰ ਨਹੀਂ ਜਿੱਥੋਂ ਸਨਸਨੀਖੇਜ਼ ਵਾਰਦਾਤਾਂ, ਅਪਰਾਧਿਕ ਘਟਨਾਵਾਂ ਦੀਆਂ ਉਨੀਆਂ ਖਬਰਾਂ ਆਉਂਦੀਆਂ ਨੇ ਜਿੰਨੀਆਂ ਕਿ ਅੰਮ੍ਰਿਤਸਰ, ਮੋਗੇ, ਤਰਨਤਾਰਨ, ਬਠਿੰਡੇ ਵਰਗੇ ਸ਼ਹਿਰਾਂ ਤੋਂ ਆਉਂਦੀਆਂ ਨੇ। ਲੇਕਿਨ ਨੈਵਰਦਲੈਸ ਲੁਧਿਆਣਾ ਇੱਕ ਬਹੁਤ ਮਹੱਤਵਪੂਰਨ ਸ਼ਹਿਰ ਹੈ ਤੇ ਇੱਥੇ ਜਿਹੜੇ ਮੌਜੂਦਾ ਕਮਿਸ਼ਨਰ ਲਾਏ ਗਏ ਨੇ ਕੁਲਦੀਪ ਸਿੰਘ ਚਾਹਲ, ਜੋ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਕੇ ਲੁਧਿਆਣੇ ਲਾਤੇ ਗਏ ਨੇ, ਇਸ ਨਿਯੁਕਤੀ ਦੇ ਬਾਰੇ ਤਾਂ ਗੱਲ ਕਰਨੀ ਬਣਦੀ ਹੀ ਬਣਦੀ ਹੈ। ਕਿਉਂਕਿ ਕੁਲਦੀਪ ਸਿੰਘ ਚਾਹਲ ਜਦੋਂ ਲੁਧਿਆਣਾ ਤੋਂ ਪਹਿਲਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਲਾਏ ਗਏ, ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਕੁਲਦੀਪ ਚਾਹਲ ਨੂੰ ਬਹੁਤ ਹੀ ਅਨਸੈਰੇਮੋਨੀਅਸਲੀ ਇਹ ਇਲਜ਼ਾਮ ਤੇ ਤੌਹਮਤਾਂ ਲਾ ਕੇ ਕੱਢਿਆ ਗਿਆ, ਹਟਾਇਆ ਗਿਆ, ਹਟਾਣਾ ਪਿਆ। ਉਹਨਾਂ ਨੂੰ ਪੰਜਾਬ ਪੁਲਿਸ ਨੂੰ ਵਾਪਸ ਲੈਣਾ ਪਿਆ ਕਿਉਂਕਿ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ, ਜੋ ਕਿ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਹੈਗੇ ਨੇ, ਉਹਨਾਂ ਨੇ ਆਪਣੀ ਲਿਖਤੀ ਚਿੱਠੀ ਦੇ ਵਿੱਚ ਕੁਲਦੀਪ ਚਾਹਲ ਦੇ ਮਿਸਕੰਡਕਟ, ਉਹਨਾਂ ਦੇ ਵਿਵਹਾਰ ਬਾਰੇ, ਉਹਨਾਂ ਦੇ ਕੁਝ ਅਜਿਹੇ ਆਪੱਤੀਜਨਕ ਵਿਵਹਾਰ ਬਾਰੇ ਸਵਾਲ ਚੁੱਕੇ, ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ ਨੂੰ ਕੀਤੀ। ਗਵਰਨਰ ਤੇ ਮੁੱਖ ਮੰਤਰੀ ਦੇ ਵਿੱਚ ਜੋ ਰੰਜਿਸ਼ ਕਹਿ ਲਈਏ, ਜੋ ਕੁੜੱਤਨ ਕਹਿ ਲਈਏ, ਜੋ ਤਣਾਅ ਹੈ ਰਿਸ਼ਤਿਆਂ ਦੇ ਵਿੱਚ, ਉਸ ਦੇ ਚੱਲਦੇ ਕੁਲਦੀਪ ਚਾਹਲ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਲਾਤਾ ਗਿਆ ਤੇ ਹੁਣ ਕੁਝ ਮਹੀਨੇ ਬੀਤਣ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਲਾਇਆ ਗਿਆ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਸ ਪੁਲਿਸ ਦੇ ਅਧਿਕਾਰੀ ਉੱਤੇ ਪਹਿਲੀ ਵੀ ਰਿਪੋਰਟ ਵਿੱਚ ਸਵਾਲ ਚੁੱਕਿਆ ਸੀ, ਪੰਜਾਬ ਦੇ ਰਾਜਪਾਲ ਨੇ ਐਡਾ ਵੱਡਾ ਸਵਾਲ ਤੇ ਤੌਹਮਤ ਲਾਤੀ ਹੋਵੇ, ਉਹ ਵੀ ਲਿਖਤੀ ਚਿੱਠੀ ਦੇ ਵਿੱਚ, ਜਿਸ ਦਾ ਕੋਈ ਨਾ ਕੋਈ ਆਧਾਰ ਜ਼ਰੂਰ ਰਿਹਾ ਹੋਵੇਗਾ, ਉਸ ਪੁਲਿਸ ਅਧਿਕਾਰੀ ਨੂੰ ਤੁਸੀਂ ਜਲੰਧਰ ਪੁਲਿਸ ਦਾ ਕਮਿਸ਼ਨਰ ਲਾਤੇ ਹੋ। ਤੁਹਾਡਾ ਆਪਣਾ ਅਧਿਕਾਰ ਹੈ, ਤੁਹਾਡਾ ਅਧਿਕਾਰ ਖੇਤਰ ਹੈ, ਤੁਸੀਂ ਲਾ ਸਕਦੇ ਹੋ। ਲੇਕਿਨ ਕੀ ਲੋੜ ਪਈ ਜਾਂ ਕੀ ਨੌਬਤ ਆਈ ਕਿ ਕੁਝ ਮਹੀਨੇ ਬਾਅਦ ਤੁਹਾਨੂੰ ਉਸੇ ਪੁਲਿਸ ਅਫਸਰ ਨੂੰ ਲੁਧਿਆਣੇ ਤਬਦੀਲ ਕਰਨਾ ਪੈ ਰਿਹਾ ਹੈ? ਹੁਣ ਇੱਥੇ ਬਹੁਤ ਹੀ ਅਹਿਮ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਬਤੌਰ ਜਲੰਧਰ ਪੁਲਿਸ ਦੇ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀ ਕਾਰਗੁਜ਼ਾਰੀ ਬਿਹਤਰ ਨਹੀਂ ਸੀ? ਕੀ ਕਾਰਨ ਰਹੇ ਕਿ ਉਹਨਾਂ ਨੂੰ ਜਲੰਧਰ ਤੋਂ ਹਟਾ ਕੇ ਲੁਧਿਆਣਾ ਦੇ ਵਿੱਚ ਤਬਦੀਲ ਕੀਤਾ ਜਾਣਾ ਪੈ ਰਿਹਾ ਹੈ? ਉਹਨਾਂ ਦੀ ਥਾਂ ਡੀਆਈਜੀ ਜਿਹੜੇ ਜਲੰਧਰ ਦੇ ਦੱਸੇ ਜਾਂਦੇ ਹੈਗੇ ਨੇ ਸਵਪਨ ਸ਼ਰਮਾ, ਉਹਨਾਂ ਨੂੰ ਜਲੰਧਰ ਦਾ ਪੁਲਿਸ ਮੁਖੀ ਯਾਨੀ ਕਿ ਕਮਿਸ਼ਨਰ ਆਫ ਪੁਲਿਸ ਲਾਤਾ ਗਿਆ ਹੈ। ਸਵਪਨ ਸ਼ਰਮਾ ਤੇ ਕੁਲਦੀਪ ਚਾਹਲ ਦੋਵੇਂ ਆਈਪੀਐਸ ਅਫਸਰ ਨੇ। ਵੱਡੇ ਗੈਂਗਸਟਰ ਦਵਿੰਦਰ ਬੰਬੀਹਾ ਤੋਂ ਲੈ ਕੇ ਸ਼ੇਰਾ ਖੁੱਬਨ ਨੂੰ ਮੁਕਾਬਲਿਆਂ ਦੇ ਵਿੱਚ, ਇਨਕਾਊਂਟਰਸ ਦੇ ਵਿੱਚ ਢੇਰ ਕਰਨ, ਨਿਊਟਰਲਾਈਜ਼ ਕਰਨ ਦੇ ਵਿੱਚ ਦੋਨੋਂ ਅਧਿਕਾਰੀਆਂ ਦੀ ਅਵਾਰਡ ਵਿਨਿੰਗ ਆਫੀਸਰਸ ਹੈਗੇ ਨੇ, ਇਹਨਾਂ ਦੀ ਅਹਿਮ ਭੂਮਿਕਾ ਰਹੀ ਹੈ। ਲੇਕਿਨ ਜਦੋਂ ਕੁਝ ਮਹੀਨੇ ਪਹਿਲਾਂ ਮਾਰਚ 2023 ਦੇ ਵਿੱਚ ਅੰਮ੍ਰਿਤਪਾਲ ਸਿੰਘ ਵਾਲਾ ਪੂਰਾ ਦਾ ਪੂਰਾ ਘਟਨਾਕ੍ਰਮ ਹੁੰਦਾ ਹੈ, ਉਸ ਵਕਤ ਦੱਸਿਆ ਜਾਂਦਾ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਨੂੰ ਗੱਚਾ ਦੇਣ ਦੇ ਵਿੱਚ, ਇਹ ਅਫੀਸ਼ੀਅਲ ਗੱਲਬਾਤ ਬੇਸ਼ੱਕ ਰਿਕਾਰਡ ਤੇ ਨਾ ਆਈ ਹੋਵੇ, ਲੇਕਿਨ ਅੰਦਰ ਖਾਤੇ ਇਹ ਚੱਲੀ ਕਿ ਆਪਸ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵਿੱਚ ਤਾਲਮੇਲ ਦੀ ਜਿਹੜੀ ਘਾਟ ਸੀ, ਉਸੇ ਕਾਰਨ ਅੰਮ੍ਰਿਤਪਾਲ ਪੁਲਿਸ ਵੱਲੋਂ ਗ੍ਰਿਫਤਾਰ ਸਹੀ ਸਮੇਂ ਤੇ ਨਹੀਂ ਕੀਤਾ ਗਿਆ। ਹਾਲਾਂਕਿ ਇਹ ਆਪਣੇ ਆਪ ਵਿੱਚ ਇੱਕ ਡਿਬੇਟੇਬਲ ਪੁਆਇੰਟ ਹੈ, ਲੇਕਿਨ ਮੁੱਢਲਾ ਸਵਾਲ ਹੈ ਕਿ ਆਪਸ ਦੇ ਵਿੱਚ ਕੀ ਇਹਨਾਂ ਅਧਿਕਾਰੀਆਂ ਦੇ ਵਿੱਚ ਕੋਈ ਡਿਫਰੈਂਸਿਸ ਰਹੇ? ਇਹੀ ਕਾਰਨ ਸੀ ਕਿ ਹੁਣ ਕੁਲਦੀਪ ਚਾਹਲ ਨੂੰ ਲੁਧਿਆਣਾ ਦੇ ਵਿੱਚ ਅਕੋਮੋਡੇਟ ਕੀਤਾ ਗਿਆ ਤੇ ਸਵਪਨ ਸ਼ਰਮਾ ਨੂੰ ਡੀਏਜੀ ਤੋਂ ਜਲੰਧਰ ਦਾ ਕਮਿਸ਼ਨਰ ਲਾਤਾ ਗਿਆ ਹੈ। ਜੇ ਆਪਾਂ ਬਹੁਤ ਹੀ ਧਿਆਨ ਨਾਲ ਵੇਖੀਏ ਤਾਂ ਇੰਜ ਲੱਗਦਾ ਕਿ ਸ਼ਤਰੰਜ ਦੀ ਇੱਕ ਬਿਸਾਤ ਉੱਤੇ ਜਿਵੇਂ ਮੋਹਰਿਆਂ ਨੂੰ ਇੱਧਰ ਉੱਧਰ ਕੀਤਾ ਜਾ ਰਿਹਾ ਹੈ। ਗਿਣਤੀ ਦੇ ਮੁੱਠੀ ਭਰ ਤੇ ਮੈਂ ਕਹਾਂਗਾ ਕਿ ਕੁਝ ਚੁਣਿੰਦਾ ਅਫਸਰ ਹੈਗੇ ਨੇ ਜਿਨ੍ਹਾਂ ਨੂੰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਜਾਂ ਸ਼ਹਿਰਾਂ ਦੇ ਕਮਿਸ਼ਨਰ ਦੇ ਰੂਪ ਵਿੱਚ ਲਾਇਆ ਜਾਂਦਾ ਹੈ। ਹਾਲਾਂਕਿ ਸ਼ਤਰੰਜ ਦੀ ਬਿਸਾਤ ਉੱਤੇ ਖੇਡਣ ਵਾਲੇ ਦੇ ਹੱਥ ਵਿੱਚ ਹੁੰਦਾ ਹੈ ਕਿ ਤੁਸੀਂ ਆਪਣੇ ਮੋਹਰਿਆਂ ਨੂੰ, ਆਪਣੇ ਪਿਆਦਿਆਂ ਨੂੰ, ਆਪਣੇ ਕਿਸੇ ਵੀ ਚਾਲ ਨੂੰ ਕਿਵੇਂ ਚੱਲਣਾ ਹੈ। ਲੇਕਿਨ ਪੁਲਿਸ ਦੀ ਐਡਮਿਨਿਸਟ੍ਰੇਸ਼ਨ, ਲਾਅ ਐਂਡ ਆਰਡਰ ਦੀ ਮੇਨਟੇਨੈਂਸ ਕੋਈ ਸ਼ਤਰੰਜ ਦਾ ਖੇਡ ਨਹੀਂ ਹੈ। ਘੱਟੋ ਘੱਟ ਸਮਾਂ ਤੁਹਾਨੂੰ ਦੇਣਾ ਪੈਣਾ ਹੈ,
ਤੁਸੀਂ ਐਡੇ ਐਕਸਪੈਰੀਮੈਂਟਲ ਨਹੀਂ ਹੋ ਸਕਦੇ ਹੋ ਕਿ 2-2 4-4 5-5 8-8 ਮਹੀਨੇ ਬਾਅਦ ਆਪਣੇ ਪੁਲਿਸ ਦੇ ਮੁਖੀ ਉਹਨਾਂ ਜ਼ਿਲ੍ਹਿਆਂ ਨੂੰ ਬਦਲਦੇ ਫਿਰੋ। ਇਹ ਪੁਲਿਸਿੰਗ ਦਾ ਵੀ ਇੱਕ ਸਟੈਂਡਰਡ ਸਿਸਟਮ ਹੈ। ਜੇ ਚੰਡੀਗੜ੍ਹ ਦੇ ਜਾਂ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਜਦੋਂ ਪੁਲਿਸ ਅਧਿਕਾਰੀਆਂ ਨੂੰ ਉਹਨਾਂ ਦੇ ਅਹੁਦੇ ਤੇ ਲਾਇਆ ਜਾਂਦਾ, ਤੁਸੀਂ ਦਿੱਲੀ ਪੁਲਿਸ ਚੱਕ ਕੇ ਵੇਖ ਲਓ, ਤੁਸੀਂ ਚੰਡੀਗੜ੍ਹ ਪੁਲਿਸ ਚੱਕ ਕੇ ਵੇਖ ਲਓ, ਤੁਸੀਂ ਹਰਿਆਣਾ ਪੁਲਿਸ ਚੱਕ ਕੇ ਵੇਖ ਲਓ, ਕਿਸੇ ਹੋਰ ਰਾਜ ਦੀ ਪੁਲਿਸ ਚੱਕ ਕੇ ਵੇਖ ਲਓ, ਤੁਹਾਨੂੰ ਘੱਟੋ ਘੱਟ 3 ਸਾਲ ਦਾ ਇੱਕ ਸਮਾਂ ਜ਼ਰੂਰ ਹੁੰਦਾ ਹੈ। ਇਹੀ ਕਾਰਨ ਹੈ ਕਿ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਐਸਐਸਪੀ ਪੰਜਾਬ ਕਾਡਰ ਦਾ ਆਈਪੀਐਸ ਅਫਸਰ ਹੁੰਦਾ ਹੈ, ਉਸੇ ਨੂੰ ਲਾਇਆ ਜਾਣਾ ਹੁੰਦਾ ਹੈ। ਉਹਨਾਂ ਵੱਲੋਂ ਵੀ 3 ਸਾਲ ਦਾ ਸਮਾਂ ਤੈਅ ਤੇ ਮੁਕਰਰ ਕੀਤਾ ਗਿਆ ਹੈ। 3 ਸਾਲ ਘੱਟੋ ਘੱਟ ਉਹ ਸਮਾਂ ਹੈ। ਇਸ ਤੋਂ ਵੱਧ ਵੀ ਸਮਾਂ ਲੱਗ ਸਕਦਾ ਹੈ ਜਦੋਂ ਕਿ ਇੱਕ ਅਫਸਰ ਨੂੰ ਇੱਕ ਸਟੇਸ਼ਨ ਉੱਤੇ ਇੱਕ ਜ਼ਿਲ੍ਹੇ ਦੇ ਮੁਖੀ ਦੇ ਰੂਪ ਵਿੱਚ, ਇੱਕ ਪੁਲਿਸ ਕਮਿਸ਼ਨਰੇਟ ਦੇ ਰੂਪ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਜੇ ਤੁਸੀਂ ਉਹਨੂੰ ਇੰਨਾ ਅਰਸਾ ਨਹੀਂ ਦੇ ਰਹੇ ਹੋ, ਉਹਨੂੰ ਕੰਮ ਕਰਨ ਲਈ ਉਹਨਾਂ ਸਪੇਸ, ਉਹਨਾਂ ਸਮਾਂ ਨਹੀਂ ਦੇ ਰਹੇ ਹੋ, ਆਪਣੇ ਇਲਾਕੇ ਵਿੱਚ ਜ਼ਮੀਨੀ ਪੱਧਰ ਦੀ ਪੁਲਿਸਿੰਗ ਦੇ ਵਿੱਚ ਬਦਲਾਅ ਲਿਆਉਣ ਲਈ ਜੇ ਤੁਸੀਂ ਇੰਨੀ ਸਪੇਸ ਕਿਸੇ ਅਫਸਰ ਨੂੰ ਨਹੀਂ ਦੇ ਪਾ ਰਹੇ ਹੋ, ਤਾਂ ਤੁਸੀਂ ਆਪਣਾ ਕੰਮ ਬਤੌਰ ਹੋਮ ਮਿਨਿਸਟਰ, ਬਤੌਰ ਚੀਫ ਮਿਨਿਸਟਰ ਜਾਂ ਬਤੌਰ ਫਿਰ ਡਿਸੀਜਨ ਮੇਕਰ, ਜੋ ਵੀ ਵਿਅਕਤੀ ਇਸ ਬਾਰੇ ਫੈਸਲੇ ਲੈ ਰਿਹਾ ਹੈ, ਉਹ ਨਹੀਂ ਕਰ ਪਾ ਰਹੇ ਹੋ। ਇਹ ਤਾਂ ਗੱਲ ਆਪਾਂ ਪੁਲਿਸ ਕਮਿਸ਼ਨਰੇਟਾਂ ਦੀ ਕੀਤੀ, ਯਾਨੀ ਕਿ ਪੁਲਿਸ ਕਮਿਸ਼ਨਰਾਂ ਦੇ ਤਬਾਦਲਿਆਂ ਦੀ ਕੀਤੀ। ਜੇ ਆਪਾਂ ਜ਼ਿਲ੍ਹਿਆਂ ਦੇ ਉੱਤੇ ਆ ਜਾਈਏ, ਜੇ ਗੱਲ ਮੁੱਖ ਮੰਤਰੀ ਦੇ ਆਪਣੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੀ ਕਰ ਲਈ ਜਾਏ, ਤਾਂ ਉੱਥੇ ਵੀ 4 ਐਸਐਸਪੀ ਬੀਤੇ ਪੌਣੇ 2 ਸਾਲਾਂ ਦੇ ਅਰਸੇ ਦੌਰਾਨ ਬਦਲੇ ਜਾ ਚੁੱਕੇ ਨੇ। ਸਭ ਤੋਂ ਪਹਿਲਾਂ ਸੋਪਨ ਸ਼ਰਮਾ, ਜਦੋਂ ਸਰਕਾਰ ਨੇ ਕਮਾਨ ਸਾਂਭੀ, ਯਾਨੀ ਕਿ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਸੰਗਰੂਰ ਦੇ ਐਸਐਸਪੀ ਸਨ ਸੋਪਨ ਸ਼ਰਮਾ, ਜਿਸ ਤੋਂ ਬਾਅਦ ਮਨਦੀਪ ਸਿੰਘ ਸਿੱਧੂ ਐਸਐਸਪੀ ਬਣੇ, ਮਨਦੀਪ ਸਿੰਘ ਸਿੱਧੂ ਤੋਂ ਬਾਅਦ ਸੁਰਿੰਦਰ ਲਾਂਬਾ ਬਣੇ, ਤੇ ਅੱਜ ਜਿਹੜਾ ਲੇਟੈਸਟ ਆਰਡਰ ਆਇਆ ਹੈ ਹੁਸ਼ਿਆਰਪੁਰ ਦੇ ਐਸਐਸਪੀ ਸਰਤਾਜ ਸਿੰਘ ਚਹਿਲ ਨੂੰ ਸੰਗਰੂਰ ਦਾ ਐਸਐਸਪੀ, ਯਾਨੀ ਕਿ ਇਸ ਸਰਕਾਰ ਦੇ ਕਾਰਜਕਾਲ ਦਾ ਚੌਥਾ, ਤੇ ਜੇ ਮੈਂ ਗਲਤ ਹੋਵਾਂ ਤਾਂ ਸ਼ਾਇਦ 5ਵਾਂ ਐਸਐਸਪੀ ਵੀ ਲਾਇਆ ਗਿਆ ਹੋਵੇਗਾ, ਲੇਕਿਨ ਚੌਥੇ ਐਸਐਸਪੀ ਹੈਗੇ ਨੇ, ਜਿੰਨੀ ਕੁ ਗੱਲ ਮੈਨੂੰ ਸਮਝ ਆ ਰਹੀ ਹੈ। ਸੋ ਇੱਥੋਂ ਦੇ ਜਿਹੜੇ ਵੀ ਐਸਐਸਪੀ ਲੱਗੇ, ਬਾਅਦ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਕਮਿਸ਼ਨਰ ਲੱਗ ਗਏ। ਸੋਪਨ ਸ਼ਰਮਾ ਜਲੰਧਰ ਦੇ ਕਮਿਸ਼ਨਰ ਨੇ, ਮਨਦੀਪ ਸਿੰਘ ਸਿੱਧੂ ਲੁਧਿਆਣਾ ਦੇ ਕਮਿਸ਼ਨਰ ਵਜੋਂ ਆਊਟਗੋਇੰਗ ਕਮਿਸ਼ਨਰ ਹੈਗੇ ਨੇ। ਲੇਕਿਨ ਕੀ ਮੁੱਖ ਮੰਤਰੀ ਆਪਣੇ ਗ੍ਰਹਿ ਜ਼ਿਲ੍ਹੇ ਲਈ ਵੀ ਇੱਕ ਸਥਾਈ ਜਾਂ ਇੱਕ ਪੱਕਾ ਐਸਐਸਪੀ ਕੁਝ ਸੀਮਿਤ ਸੀਮਾ ਲਈ, ਯਾਨੀ ਕਿ ਕੁਝ 2.5-3 ਸਾਲਾਂ ਦੇ ਅਰਸੇ ਲਈ ਨਹੀਂ ਦੇ ਸਕਦੇ? ਇੱਕ ਬੜਾ ਵੱਡਾ ਸਵਾਲ ਹੈ। ਐਨੇ ਲੈਵਲ ਦੀ ਜਿਹੜੀ ਰੋਟੇਸ਼ਨ ਹੈ, ਤਬਾਦਲਿਆਂ ਦਾ ਜਿਹੜਾ ਦੌਰ ਹੈ, ਟਰਨਓਵਰ ਜਿਸ ਨੂੰ ਕਹਿ ਸਕਦੇ ਹਾਂ, ਇਸ ਦਾ ਸਿਲਸਿਲਾ ਰੁਕਦਾ ਕਿਉਂ ਨਹੀਂ ਪਿਆ? ਬੜੇ ਵੱਡੇ ਤੇ ਗੰਭੀਰ ਸਵਾਲ ਖੜੇ ਕਰਦਾ। ਖੈਰ, ਆਪਾਂ 2 ਹੋਰ ਜ਼ਿਲ੍ਹਿਆਂ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਅੱਜ, ਜਿਨ੍ਹਾਂ ਦਾ ਜ਼ਿਕਰ ਕੀਤੇ ਬਗੈਰ ਇਹ ਰਿਪੋਰਟ ਪੂਰੀ ਨਹੀਂ ਹੋ ਸਕਦੀ। ਬਠਿੰਡਾ ਦਾ ਤੇ ਮੋਗੇ ਦਾ ਜ਼ਿਲ੍ਹਾ, ਇਹ ਦੋਵੇਂ ਜਿਹੜੇ ਜ਼ਿਲ੍ਹੇ ਹੈਗੇ ਨੇ, ਐਪੀ ਸੈਂਟਰ ਮੰਨੇ ਜਾ ਸਕਦੇ ਨੇ। ਸੰਗਠਿਤ ਅਪਰਾਧ, ਆਰਗੇਨਾਈਜ਼ਡ ਕ੍ਰਾਈਮ, ਕ੍ਰਿਮੀਨਲ, ਗੈਂਗਸਟਰ, ਬਿਜ਼ਨਸਮੈਨ ਲਈ ਇੱਕ ਬਹੁਤ ਵੱਡਾ ਨਾਈਟਮੇਅਰ ਮੋਗਾ ਤੇ ਬਠਿੰਡੇ ਜ਼ਿਲ੍ਹੇ ਨੂੰ ਮੰਨਿਆ ਜਾ ਸਕਦਾ, ਜਿੱਥੇ ਕਈ ਵੱਡੀਆਂ ਵਾਰਦਾਤਾਂ ਪਿਛਲੇ ਕਈ ਦਿਨਾਂ ਦੌਰਾਨ ਹੋ ਚੁੱਕੀਆਂ ਨੇ। ਇਨਫੈਕਟ ਮੋਗੇ ਦੇ ਵਿੱਚ ਤਾਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਲਾਅ ਐਂਡ ਆਰਡਰ ਦੀ ਜਿਹੜੀ ਖਰਾਬ ਵਿਵਸਥਾ ਹੈ, ਉਸ ਦੇ ਸੁਧਰਨ ਦੀ ਕੋਈ ਆਸ ਉਮੀਦ ਵੀ ਹੁਣ ਖਤਮ ਹੁੰਦੀ ਜਾ ਰਹੀ ਹੈ। ਸੋ ਮੋਗੇ ਦਾ ਨਵਾਂ ਐਸਐਸਪੀ ਲਾਇਆ ਗਿਆ ਹੈ ਵਿਵੇਕਸ਼ੀਲ ਸੋਨੀ ਨੂੰ। ਜੇ ਗੱਲ ਵਿਵੇਕਸ਼ੀਲ ਸੋਨੀ ਦੀ ਕੀਤੀ ਜਾਏ ਤਾਂ ਕੁਝ ਮਹੀਨੇ ਪਹਿਲਾਂ ਤੱਕ ਉਹ ਮੋਹਾਲੀ ਦੇ ਐਸਐਸਪੀ ਹੋਇਆ ਕਰਦੇ ਸੀ। ਮੋਹਾਲੀ ਤੋਂ ਬਾਅਦ ਉਹਨਾਂ ਨੂੰ ਰੋਪੜ ਦਾ ਐਸਐਸਪੀ ਲਾਇਆ, ਤੇ ਕੁਝ ਹੀ ਮਹੀਨਿਆਂ ਬਾਅਦ ਹੁਣ ਉਹਨਾਂ ਨੂੰ ਪੰਜਾਬ ਦੇ ਇੱਕ ਹਾਈਪਰ ਸੈਂਸਿਟਿਵ ਜ਼ਿਲ੍ਹੇ, ਕ੍ਰਾਈਮ ਦੇ ਪੱਖੋਂ, ਆਰਗੇਨਾਈਜ਼ਡ ਕ੍ਰਾਈਮ ਦੇ ਪੱਖੋਂ ਹਾਈਪਰ ਸੈਂਸਿਟਿਵ ਜ਼ਿਲ੍ਹੇ ਮੋਗੇ ਦਾ ਐਸਐਸਪੀ ਲਾਇਆ ਗਿਆ ਹੈ। ਤੇ ਇਹ ਉਹਨਾਂ ਲਈ ਸਭ ਤੋਂ ਚੁਣੌਤੀ ਭਰਪੂਰ ਅਸਾਈਨਮੈਂਟ ਹੋ ਸਕਦੀ ਹੈ। ਕਿਸੇ ਵੀ ਪੁਲਿਸ ਅਫਸਰ, ਚੰਗਾ ਤੋਂ ਚੰਗਾ ਪੁਲਿਸ ਅਫਸਰ ਜੇ ਮੋਗੇ ਦਾ ਐਸਐਸਪੀ ਲੱਗਦਾ ਹੈ, ਉਸ ਲਈ ਸਭ ਤੋਂ ਵੱਡੀ ਚੁਣੌਤੀ ਹੈ, ਚੈਲੰਜ ਹੈ। ਮੈਂ ਆਪਣੀ 1 ਸਾਲ ਪਹਿਲਾਂ ਬਣੀ ਰਿਪੋਰਟ ਦੇ ਵਿੱਚ ਮੋਗੇ ਦੇ ਜ਼ਿਲ੍ਹੇ ਦੀ ਜਿਹੜੀ ਕ੍ਰਾਈਮ ਹਿਸਟਰੀ ਰਹੀ ਹੈ, ਜਿਸ ਤਰੀਕੇ ਦਾ ਇੱਕ ਜੀਓਗ੍ਰਾਫੀ ਉਸਦੀ ਹੈ, ਜਿਸ ਤਰੀਕੇ ਦੇ ਉੱਥੇ ਸੰਗਠਿਤ ਅਪਰਾਧ ਦੀਆਂ ਘਟਨਾਵਾਂ, ਜਿਹੜੇ ਨੈਕਸਸ ਨੈਟਵਰਕ ਚੱਲਦੇ ਨੇ, ਉਹਨਾਂ ਦਾ ਜ਼ਿਕਰ ਬਾਖੂਬੀ ਕੀਤਾ ਸੀ। ਸਥਿਤੀ ਉੱਥੇ ਦੀ ਉੱਥੇ ਹੈ, ਹਾਲਾਤ ਉਵੇਂ ਦੇ ਉਵੇਂ ਹੀ ਨਿਗਾਰ ਵੱਲ ਜਾਂਦੇ ਹੋਏ ਦਿਸ ਰਹੇ ਨੇ। ਵਿਵੇਕਸ਼ੀਲ ਸੋਨੀ ਦੀ ਅਗਲੀ ਅਸਾਈਨਮੈਂਟ, ਯਾਨੀ ਕਿ ਮੋਗੇ ਦੇ ਐਸਐਸਪੀ ਦੇ ਰੂਪ ਵਿੱਚ ਟਰਮ ਕਿਹੋ ਜਿਹੀ ਰਹੇਗੀ, ਅਸੀਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਹੀ ਦੇ ਸਕਦੇ ਹਾਂ, ਕਿਉਂਕਿ ਕਿਸੇ ਵੀ ਆਈਪੀਐਸ ਅਫਸਰ ਲਈ ਮੋਗੇ ਦਾ ਸੁਧਾਰ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਹੈ। ਬਠਿੰਡਾ ਇੱਕ ਬਹੁਤ ਹੀ ਮਹੱਤਵਪੂਰਨ ਜ਼ਿਲ੍ਹਾ, ਇੱਕ ਬਹੁਤ ਹੀ ਮਹੱਤਵਪੂਰਨ ਇਲਾਕਾ, ਜੋ ਕਿ ਸੰਗਠਿਤ ਅਪਰਾਧ, ਖਾਸ ਕਰਕੇ ਵਪਾਰੀਆਂ ਦੀ ਸੁਰੱਖਿਆ ਤੇ ਸਰੋਕਾਰਾਂ ਦੇ ਪੱਖੋਂ ਬੀਤੇ ਕਈ ਮਹੀਨਿਆਂ 'ਚ ਚਰਚਾ ਸੁਰਖੀਆਂ ਵਿੱਚ ਰਿਹਾ ਇੱਕ ਵੱਡਾ ਹਾਈ ਪ੍ਰੋਫਾਈਲ ਮਰਡਰ ਜਿਹੜਾ ਇੱਥੇ ਕੀਤਾ ਗਿਆ। ਜੋਹਲ ਨਾਂ ਦੇ ਇੱਕ ਵਪਾਰੀ ਦਾ ਦਿਨ ਦਹਾੜੇ ਉਸ ਨੂੰ ਗੋਲੀਆਂ ਮਾਰੀਆਂ ਗਈਆਂ। ਉਸ ਤੋਂ ਬਾਅਦ ਇੱਥੋਂ ਦੇ ਜਿਹੜੇ ਵਪਾਰੀ ਭਾਈਚਾਰੇ ਦੇ ਵਿੱਚ ਜੋ ਸਹਿਮ ਦਾ ਮਾਹੌਲ ਹੈ। ਇੱਕ ਚੰਗੀ ਖਬਰ ਬਠਿੰਡੇ ਜ਼ਿਲ੍ਹੇ ਲਈ ਇਹ ਜ਼ਰੂਰ ਹੈ ਕਿ ਹਰਮਨਬੀਰ ਸਿੰਘ ਗਿੱਲ, ਜਿਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਹੀ ਮੁਕਤਸਰ ਸਾਹਿਬ ਦੇ ਐਸਐਸਪੀ ਵਜੋਂ ਹਟਾਇਆ ਜਾਂਦਾ ਹੈ, ਇੱਕ ਵਿਵਾਦ ਜੋ ਕਿ ਨਸ਼ੇ ਦੇ ਤਸਕਰਾਂ ਦੇ ਨਾਲ ਉਹਨਾਂ ਦਾ ਹੁੰਦਾ ਹੈ। ਨਸ਼ੇ ਦੇ ਤਸਕਰ ਦੇ ਵਕੀਲ ਦੇ ਨਾਲ CIA ਵੱਲੋਂ ਕੀਤੀ ਗਈ ਵਧੀਕੀ, ਕਥਿਤ ਵਧੀਕੀ, ਜਿਸ ਤੋਂ ਬਾਅਦ ਵਕੀਲ ਭਾਈਚਾਰਾ ਲਾਮਬੰਦ ਹੁੰਦਾ ਹੈ ਤੇ ਮੁਕਤਸਰ ਸਾਹਿਬ ਦੇ ਵਿੱਚ ਜਿਹੜੀ ਨਸ਼ੇ ਦੇ ਕਾਰੋਬਾਰ ਦੇ ਖਿਲਾਫ ਇੱਕ ਲਹਿਰ ਤੁਰੀ ਹੁੰਦੀ ਹੈ, ਹਰਮਨਬੀਰ ਗਿੱਲ ਦੀ ਅਗਵਾਈ ਹੇਠ ਉਸ ਨੂੰ ਠੱਲ ਪੈਂਦੀ ਹੈ ਤੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੁੰਦੀ ਹੈ। ਬੇਸ਼ੱਕ ਬਾਅਦ ਦੇ ਵਿੱਚ ਸਾਰੀਆਂ ਸ਼ਿਕਾਇਤਾਂ ਵਾਪਸ ਲੈ ਲਈਆਂ ਗਈਆਂ, ਲੇਕਿਨ ਇੱਕ ਸੈਟਬੈਕ, ਇੱਕ ਮੂਵਮੈਂਟ ਨੂੰ ਲੱਗਿਆ। ਜੋ ਮੁਕਤਸਰ ਸਾਹਿਬ ਦਾ ਨੁਕਸਾਨ ਸੀ, ਉਹ ਅੱਜ ਸ਼ਾਇਦ ਬਠਿੰਡੇ
ਸ਼ਹਿਰ ਜਾਂ ਬਠਿੰਡੇ ਜ਼ਿਲ੍ਹੇ ਦਾ ਫਾਇਦਾ ਹੋ ਕੇ ਨਿਬੜੇ, ਕਿਉਂਕਿ ਇੱਕ ਸਖਤ ਅਫਸਰ ਦੇ ਰੂਪ ਵਿੱਚ ਹਰਮਨਵੀਰ ਗਿੱਲ ਕੀ ਬਠਿੰਡੇ ਦੇ ਲਾਅ ਐਂਡ ਆਰਡਰ ਨੂੰ ਸੁਧਾਰਨ ਦੇ ਵਿੱਚ ਕੁਝ ਯੋਗਦਾਨ ਦੇ ਸਕਦੇ ਨੇ। ਇੱਥੇ ਵੀ ਸਵਾਲ ਇਹੀ ਹੈ ਕਿ ਬਠਿੰਡੇ ਵਿੱਚ ਵੀ ਬੈਕ ਟੂ ਬੈਕ ਐਸਐਸਪੀ ਬਦਲੇ ਜਾ ਰਹੇ ਨੇ। ਕੁਝ ਮਹੀਨੇ ਪਹਿਲਾਂ ਇੱਥੇ ਐਸਐਸਪੀ ਸੀ ਜੇ ਐਲਾਂਚੀਆਂ, ਜਿਨ੍ਹਾਂ ਦੀ ਥਾਂ ਤੇ ਗੁਲਨੀਤ ਖੁਰਾਨਾ ਨੂੰ ਐਸਐਸਪੀ ਲਾਤਾ ਗਿਆ, ਤੇ ਕੁਝ ਹੀ ਮਹੀਨੇ ਬਾਅਦ ਗੁਲਨੀਤ ਖੁਰਾਨਾ ਦਾ ਤਬਾਦਲਾ ਕਰਕੇ ਹਰਮਨਵੀਰ ਗਿੱਲ ਨੂੰ ਉਹਨਾਂ ਦੀ ਥਾਂ ਨਾਲ ਲਾਤਾ ਜਾਂਦਾ ਹੈ। ਸੋ ਜੇ ਆਪਾਂ ਬਠਿੰਡੇ ਵਿੱਚ ਵੀ ਪੌਣੇ 2 ਸਾਲਾਂ ਦਾ ਟਰੈਕ ਰਿਕਾਰਡ ਵੇਖ ਲਈਏ, ਉੱਥੇ ਵੀ ਤਕਰੀਬਨ 4 ਐਸਐਸਪੀ ਬਦਲੇ ਜਾ ਚੁੱਕੇ ਨੇ। ਸੋ ਪੰਜਾਬ ਦਾ ਕੋਈ ਜ਼ਿਲ੍ਹਾ, ਈਵਨ ਮੋਗਾ ਫॉर दैट ਮੈਟਰ, ਗੁਲਨੀਤ ਖੁਰਾਨਾ ਆਉਂਦੇ ਨੇ, ਗੁਲਨੀਤ ਖੁਰਾਨਾ ਤੋਂ ਬਾਅਦ ਜੇ ਇਲਾਂਚੀਆਂ ਉੱਥੇ ਦੇ ਐਸਐਸਪੀ ਸੀ, ਤੇ ਅੱਜ ਉੱਥੇ ਐਸਐਸਪੀ ਲਾਇਆ ਗਿਆ ਹੈ ਵਿਵੇਕਸ਼ੀਲ ਸੋਨੀ ਨੂੰ। ਸੋ ਇਹ ਬਹੁਤ ਹੀ ਹਾਈਪਰ ਸੈਂਸਿਟਿਵ ਕ੍ਰਾਈਮ ਦੇ ਪੱਖੋਂ ਜਿਹੜੇ ਜ਼ਿਲ੍ਹੇ ਨੇ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਜਿਹੜੇ ਫੇਰ ਬਦਲ ਜੋ ਕਿ ਐਡਮਿਨਿਸਟ੍ਰੇਟਿਵ ਗਰਾਊਂਡ ਦੇ ਉੱਤੇ ਫੇਰ ਬਦਲ ਦੱਸੇ ਜਾਂਦੇ ਨੇ, ਕਿੱਡੇ ਕੁ ਘਾਤਕ, ਕਿੱਡੇ ਕੁ ਮਾਰੂ ਇੱਥੇ ਦੇ ਅਫਸਰਾਂ, ਇੱਥੇ ਦੇ ਕਰਮਚਾਰੀਆਂ, ਇੱਥੇ ਦੇ ਪੁਲਿਸ ਮੁਲਾਜ਼ਮਾਂ ਦੇ ਮਨੋਬਲੀ ਕਿੱਡੇ ਕੁ ਮਾੜੇ ਨੇ, ਇੱਥੋਂ ਦੇ ਸਰਗਨਾਵਾਂ, ਇੱਥੇ ਕੰਮ ਕਰਨ ਵਾਲੇ ਜਿਹੜੇ ਅਪਰਾਧਿਕ ਨੈਟਵਰਕ ਹੈਗੇ ਨੇ, ਉਹਨਾਂ ਨੂੰ ਆਪਰੇਟ ਕਰਨ ਵਾਲੇ ਲੋਕਾਂ ਲਈ ਇੱਕ ਚੰਗੀ ਖਬਰ ਇਹ ਹੁੰਦੀ ਹੈ ਕਿ ਕੁਝ ਮਹੀਨਿਆਂ ਬਾਅਦ ਹੀ ਇੱਕ ਨਵਾਂ ਪੁਲਿਸ ਦਾ ਐਸਐਸਪੀ ਆ ਜਾਂਦਾ ਹੈ। ਉਸ ਨੂੰ ਜਿੰਨਾ ਸਮਾਂ ਸਮਝਣ ਦੇ ਵਿੱਚ ਲੱਗਦਾ ਹੈ, ਜ਼ਮੀਨੀ ਹਕੀਕਤ ਨੂੰ ਸਮਝਣ ਦੇ ਵਿੱਚ ਜਿੰਨਾ ਸਮਾਂ ਲੱਗਦਾ ਹੈ, ਉਨੀ ਦੇਰ ਬਾਅਦ ਹੀ ਉਸ ਦਾ ਤਬਾਦਲਾ ਕਰਤਾ ਜਾਂਦਾ ਹੈ। ਤੇ ਕਮੋਬੇਸ਼ ਇਹੀ ਸਥਿਤੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਹੈ। ਸੋ ਹੁਣ ਜਿਹੜੀ ਤਾਜ਼ਾ ਜਿਹੜੀ ਸੂਚੀ ਜਿਸ ਦਾ ਆਪਾਂ ਅੱਜ ਜ਼ਿਕਰ ਕਰ ਰਹੇ ਹਾਂ ਰਿਪੋਰਟ ਵਿੱਚ, 10 ਜ਼ਿਲ੍ਹੇ ਤੇ ਸ਼ਹਿਰਾਂ ਦੇ ਐਸਐਸਪੀ ਤੇ ਪੁਲਿਸ ਮੁਖੀ ਬਦਲੇ ਗਏ ਨੇ, ਲੇਕਿਨ ਕੁਝ ਮਹੀਨੇ ਬਾਅਦ ਤੁਹਾਨੂੰ ਹੋਰ ਇੱਕ ਸੂਚੀ ਮਿਲੇਗੀ ਜਿਸ ਵਿੱਚ ਇਹਨਾਂ ਜ਼ਿਲ੍ਹਿਆਂ ਤੇ ਇਹਨਾਂ ਪੁਲਿਸ ਕਮਿਸ਼ਨਰੇਟ ਤੋਂ ਇਲਾਵਾ ਹੋਰ ਤਬਾਦਲੇ ਦੇਖਣ ਤੇ ਸੁਣਨ ਨੂੰ ਮਿਲਣਗੇ। ਸੋ ਵੱਡਾ ਸਵਾਲ ਅੱਜ ਭਗਵੰਤ ਮਾਨ ਸਰਕਾਰ ਦੇ ਲਈ ਇਹ ਹੈ ਕਿ ਜਿਹੜੀ ਸਰਕਾਰ ਇੱਕ ਪੱਕਾ ਡੀਜੀਪੀ ਸੂਬੇ ਨੂੰ ਨਹੀਂ ਦੇ ਪਾ ਰਹੀ, ਉਸ ਦੇ ਵਿੱਚ ਐਡੀ ਤੇਜ਼ ਫ੍ਰੀਕੁਐਂਸੀ, ਯਾਨੀ ਕਿ ਐਡੀ ਤੇਜ਼ ਰਫ਼ਤਾਰ ਉੱਤੇ ਪੁਲਿਸ ਤਬਾਦਲੇ ਕਰਨ ਦੇ ਫੈਸਲੇ ਕੌਣ ਲੈ ਰਿਹਾ? ਹੂ ਇਜ਼ ਟੇਕਿੰਗ ਦਿਸ ਡਿਸੀਜਨ? ਕੀ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਗ੍ਰਹਿ ਮੰਤਰੀ ਨੇ, ਉਹਨਾਂ ਵੱਲੋਂ ਫੈਸਲੇ ਲਏ ਜਾ ਰਹੇ ਨੇ? ਆਪਣੇ ਜ਼ਿਲ੍ਹੇ ਦੇ ਗੁਆਂਢੀ ਜ਼ਿਲ੍ਹੇ, ਪੰਜਾਬ ਦੇ ਕ੍ਰਾਈਮ ਦੇ ਪੱਖੋਂ ਹਾਈਪਰ ਸੈਂਸਿਟਿਵ ਜ਼ਿਲ੍ਹਿਆਂ ਦੇ ਵਿੱਚ 3-3 4-4 ਮਹੀਨੇ ਬਾਅਦ ਤੁਸੀਂ ਐਸਐਸਪੀ ਬਦਲ ਰਹੇ ਹੋ। ਵੱਡੇ ਸ਼ਹਿਰ ਅੰਮ੍ਰਿਤਸਰ ਵਰਗੇ, ਉੱਥੇ ਤੁਸੀਂ 6-6 8-8 ਮਹੀਨੇ ਬਾਅਦ ਪੁਲਿਸ ਕਮਿਸ਼ਨਰ ਬਦਲ ਰਹੇ ਹੋ। ਇਹ ਕਿੱਥੋਂ ਦੀ ਸਿਆਣਪ, ਇਹ ਕਿੱਥੋਂ ਦੀ ਨੀਤੀ, ਇਹ ਕਿੱਥੋਂ ਦੀ ਰਾਜਨੀਤੀ ਹੈ ਕਿ ਤੁਸੀਂ ਪੁਲਿਸ ਅਧਿਕਾਰੀਆਂ ਨੂੰ ਕੰਮ ਕਰਨ ਲਈ ਉਹਨਾਂ ਸਮਾਂ ਨਹੀਂ ਦੇ ਰਹੇ ਜਿੰਨਾ ਕਿ ਉਹਨਾਂ ਦਾ ਦੇਣਾ ਬਣਦਾ ਹੈ? ਤੇ ਉਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਕੁਝ ਮੁੱਠੀ ਪਰ ਤੇ ਚੁਣਿੰਦਾ ਚਿਹਰੇ ਹੀ ਕਿਉਂ ਇੱਧਰ ਉੱਧਰ ਕੀਤੇ ਜਾਂਦੇ ਨੇ? ਕੀ ਪੰਜਾਬ ਪੁਲਿਸ ਦੇ ਵਿੱਚ ਅੱਜ ਅਫਸਰਾਂ ਦੀ ਘਾਟ ਹੈ? ਜੇ ਇੱਕ ਜਲੰਧਰ ਦਾ ਕਮਿਸ਼ਨਰ ਆਫ ਪੁਲਿਸ ਤੁਹਾਨੂੰ ਕੁਝ ਮਹੀਨਿਆਂ ਬਾਅਦ ਲੁਧਿਆਣੇ ਦਾ ਕਮਿਸ਼ਨਰ ਆਫ ਪੁਲਿਸ ਲਾਣਾ ਪੈਂਦਾ ਹੈ, ਤੇ ਇਸ ਦੇ ਪਿੱਛੇ ਦਾ ਕਾਰਨ ਤੁਹਾਨੂੰ ਆਪਣੇ ਆਪ ਦੇ ਵਿੱਚ ਪੜਚੋਲ ਕਰਕੇ ਸਮਝਣ ਦੀ ਲੋੜ ਜ਼ਰੂਰ ਹੈ। ਬੇਸ਼ੱਕ ਤੁਸੀਂ ਲੋਕਾਂ ਨੂੰ ਜਵਾਬਦੇਹੀ ਨਹੀਂ ਹੋ, ਹਾਲਾਂਕਿ ਜਵਾਬਦੇਹੀ ਤੁਹਾਡੀ ਬਣਦੀ ਹੈ, ਲੇਕਿਨ ਤੁਸੀਂ ਇੱਕ ਗਵਰਨਰ ਦੇ ਆਖੇ ਦੇ ਖਿਲਾਫ ਜਾ ਕੇ ਇੱਕ ਪੁਲਿਸ ਅਧਿਕਾਰੀ ਨੂੰ ਕਮਿਸ਼ਨਰ ਲਾਉਂਦੇ ਹੋ, ਉਸ ਨੂੰ ਘੱਟੋ ਘੱਟ ਜਲੰਧਰ ਦੇ ਵਿੱਚ ਕੁਝ ਮਹੀਨੇ ਨਹੀਂ ਕੁਝ ਸਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਕਿੱਡਾ ਗੁਣਾਤਮਕ ਸੁਧਾਰ, ਕੁਆਲਿਟੇਟਿਵ ਡਿਫਰੈਂਸ ਅਜਿਹੇ ਅਫਸਰ ਕਿਸੇ ਵੀ ਸ਼ਹਿਰ ਜਾਂ ਜ਼ਿਲ੍ਹੇ ਦੀ ਪੁਲਿਸਿੰਗ ਦੇ ਵਿੱਚ ਲਿਆ ਸਕਦੇ ਨੇ? ਇਸ ਚੀਜ਼ ਨੂੰ ਸਮਝਣ ਤੇ ਪਰਖਣ ਲਈ ਕੁਝ ਸਮਾਂ ਉਹਨਾਂ ਨੂੰ ਦੇਣ ਦੀ ਲੋੜ ਹੈ, ਲੇਕਿਨ ਉਹ ਸਮਾਂ ਦਿੱਤਾ ਨਹੀਂ ਜਾਂਦਾ। ਦੂਸਰੇ ਜ਼ਿਲ੍ਹੇ ਦੇ ਵਿੱਚ ਉਸੇ ਪੁਲਿਸ ਅਧਿਕਾਰੀ ਨੂੰ ਪੁਲਿਸ ਕਮਿਸ਼ਨਰ ਲਾ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਤੇ ਇਸ ਦੇ ਨਾਲ ਕੀ ਸਾਬਤ ਕਰ ਪਾ ਰਹੇ ਹੋ? ਇਸ ਚੀਜ਼ ਦੀ ਕੀ ਗਾਰੰਟੀ ਹੈ ਕਿ 6-8 ਮਹੀਨੇ ਬਾਅਦ ਉਸੇ ਅਫਸਰ ਨੂੰ ਤੁਸੀਂ ਉਸ ਜ਼ਿਲ੍ਹੇ ਤੋਂ ਜਾਂ ਉਸ ਸ਼ਹਿਰ ਤੋਂ ਹਟਾ ਕੇ ਕਿਸੇ ਹੋਰ ਅਹੁਦੇ ਤੇ ਨਹੀਂ ਲਾ ਦੋਗੇ? ਅੱਜ ਇੱਕ ਬਹੁਤ ਹੀ ਰੈਲੇਵੈਂਟ ਤੇ ਤਰਕਸੰਗਤ ਸਵਾਲ ਜਿਹੜਾ ਉੱਭਰਦਾ ਹੈ ਉਹ ਇਹ ਹੈ ਕਿ ਇਸ ਰਫ਼ਤਾਰ ਉੱਤੇ ਹੋ ਰਹੇ ਇਹਨਾਂ ਤਬਾਦਲਿਆਂ ਦੀ ਨੀਤੀ, ਰਾਦਰ ਮੈਂ ਇਸ ਨੂੰ ਇੱਕ ਬਦਨੀਤੀ ਕਹਾਂਗਾ, ਇੱਕ ਖੋਟ ਭਰੀ ਨੀਤੀ ਜੋ ਕਿ ਪੁਰਾਣੀਆਂ ਸਰਕਾਰਾਂ ਵੱਲੋਂ ਵੀ ਲਾਗੂ ਕੀਤੀ ਜਾਂਦੀ ਰਹੀ, ਕੁਝ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਤਬਾਦਲਿਆਂ ਦੀ ਜਿਹੜੀ ਮੰਡੀ ਸੱਜਦੀ ਰਹੀ, ਜੇ ਉਸੇ ਰਵਾਇਤ ਨੂੰ, ਉਸੇ ਟ੍ਰੈਡੀਸ਼ਨ ਨੂੰ ਇਸ ਸਰਕਾਰ ਨੇ ਅੱਗੇ ਤੋਰਿਆ ਤਾਂ ਫਿਰ ਡਿਫਰੈਂਸ ਕਿੱਥੇ ਆਇਆ? ਪੁਲਿਸਿੰਗ ਦਾ ਡਿਫਰੈਂਸ, ਜ਼ਮੀਨ ਦੇ ਉੱਤੇ ਜੋ ਸਤਹ ਦੇ ਉੱਤੇ ਜੋ ਹਾਲਾਤ ਹੈਗੇ ਨੇ ਉਸ ਦੇ ਵਿੱਚ ਤੁਹਾਨੂੰ ਨਿਤ ਰੋਜ਼ ਅਜਿਹੀਆਂ ਅਪਰਾਧਿਕ ਵਾਰਦਾਤਾਂ ਜੋ ਕਿ ਹੋ ਰਹੀਆਂ ਨੇ, ਘਟ ਰਹੀਆਂ ਨੇ, ਅਖਬਾਰਾਂ ਸੁਰਖੀਆਂ ਦੀ ਸ਼ਕਲ ਲੈ ਰਹੀਆਂ ਨੇ, ਉਹਨਾਂ ਸੁਰਖੀਆਂ ਤੇ ਖਬਰਾਂ ਦੇ ਵਿੱਚ ਤੁਹਾਨੂੰ ਸਥਿਤੀ ਸਮਝ ਆ ਜਾਂਦੀ ਹੈ, ਲੇਕਿਨ ਸਰਕਾਰ ਨੂੰ ਇੱਕ ਪੜਚੋਲ ਕਰਨ ਦੀ ਲੋੜ ਹੈ। ਮੈਂ ਪੁਲਿਸਿੰਗ ਦੇ ਸੰਕਟ ਦੀ ਗੱਲ ਕੀਤੀ ਸੀ, ਇਹ ਪੁਲਿਸਿੰਗ ਦਾ ਸੰਕਟ ਪੰਜਾਬ ਦੇ ਟੌਪ ਤੋਂ ਲੈ ਕੇ ਬਾਟਮ ਲੈਵਲ ਤੱਕ, ਯਾਨੀ ਕਿ ਹੇਠਾਂ ਤੱਕ ਜਾਂਦਾ ਹੈ। ਅੱਜ ਜ਼ਿਲ੍ਹਿਆਂ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਜਿਸ ਰਫ਼ਤਾਰ ਉੱਤੇ ਤਬਾਦਲੇ ਹੋ ਰਹੇ ਨੇ, ਇਹ ਪੁਲਿਸਿੰਗ ਲਈ ਇੱਕ ਬਹੁਤ ਹੀ ਮਾੜਾ ਟ੍ਰੈਂਡ ਹੈ। ਇਟ ਨੀਡਸ ਟੂ ਬੀ ਸਟਾਪ, ਇਟ ਨੀਡਸ ਟੂ ਬੀ ਕਟੇਲਡ। ਚੰਗੀ ਸਟੈਂਡਰਡ ਬੈਸਟ ਪ੍ਰੈਕਟਿਸਿਸ ਦੇਸ਼ ਤੇ ਦੁਨੀਆ ਦੇ ਹੋਰ ਰਾਜਾਂ, ਉੱਥੋਂ ਦੀ ਪੁਲਿਸਿੰਗ ਤੋਂ ਚੁੱਕਣ ਦੀ ਲੋੜ ਹੈ। ਅਧਿਕਾਰੀਆਂ ਨੂੰ ਉਹਨਾਂ ਦੇ ਜ਼ਿਲ੍ਹਿਆਂ, ਉਹਨਾਂ ਦੇ ਸਟੇਸ਼ਨਸ ਉੱਤੇ ਸਮਾਂ ਦੇਣ ਦੀ ਲੋੜ ਹੈ। ਉਹਨਾਂ ਤੋਂ ਰਿਜ਼ਲਟ ਓਰੀਐਂਟਡ ਐਕਸ਼ਨ ਦੀ ਉਮੀਦ ਤੇ ਆਸ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਲਈ ਸਹੂਲਤਾਂ ਤੇ ਫੈਸਿਲਿਟੇਸ਼ਨ ਦੇਣਾ ਸਰਕਾਰ ਦਾ ਦਾਇਿਤਵ ਹੈ, ਉਹਨਾਂ ਦੀ ਰਿਸਪੌਂਸਿਬਿਲਿਟੀ ਹੈ। ਜੇ ਸਰਕਾਰ ਦਰ ਸਰਕਾਰ ਤਬਾਦਲਿਆਂ ਦੀ ਰਫ਼ਤਾਰ ਨੂੰ ਰੋਕ ਨਾ ਪਾਈਆਂ ਤਾਂ ਲਾਅ ਐਂਡ ਆਰਡਰ ਦੀ ਸਥਿਤੀ ਸੁਧਰ ਨਹੀਂ ਪਾਏਗੀ। ਪੰਜਾਬ ਦੇ ਲੋਕਾਂ ਲਈ ਅਮਨ ਅਮਾਨ ਦੇ ਹਾਲਾਤ ਦੀ ਉਮੀਦ ਕਰਨਾ ਹੋਰ ਵੀ ਔਖਾ ਹੁੰਦਾ ਜਾਏਗਾ। ਇਸੇ ਨੋਟ ਦੇ ਉੱਤੇ ਮੈਂ ਆਪਣੀ ਇਸ ਰਿਪੋਰਟ ਨੂੰ ਦਾਂਗਾ ਵਿਰਾਮ।
ਤੁਹਾਡੇ ਕੋਈ ਵਿਚਾਰ ਹੋਣ ਤੁਸੀਂ ਇਸ ਰਿਪੋਰਟ ਬਾਰੇ ਜ਼ਰੂਰ ਸਾਂਝੇ ਕਰੋ।